किसान वीरो प्रोग्राम मेरा पिंड मेरे खेत तुहाडा स्वागत करते हैं। किसान वीरो पशु पालन का किता ये कई चुनौतियां आउंदियां ने। जदों असीं पशु पालते हैं तो ये नहीं कि पशु सानू सिर्फ उत्पाद देंदे आ ते उहदे नाल जिहड़ा वो साडी जेब 'च चार पैसे आउंदे आ। उहदे नाल पशुआं ने कुछ समस्यावां भी ने, किते उन्हां नूं बीमारी ठमारी का सामना करना पैंदा है, किते सट फिट लग जाती है। ਉਹਦੇ ਕਰਕੇ ਸਾਡੇ ਪਸ਼ੂ ਪਾਲਕ ਨੂੰ ਕਈ ਤਰੀਕੇ ਦੀਆਂ ਪਰੇਸ਼ਾਨੀਆਂ ਆਉਂਦੀਆਂ ਤੇ ਇਹਨਾਂ ਸਾਰੀਆਂ ਦੇ ਵਾਸਤੇ ਉਹਨੂੰ ਕਿਸੇ ਨਾ ਕਿਸੇ ਵੇਲੇ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ। ਅੱਜ ਅਸੀਂ ਆਏ ਹਾਂ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਿਖੇ। ਸਾਡੇ ਨਾਲ ਨੇ ਡਾਕਟਰ ਨਵਦੀਪ ਸਿੰਘ ਜੀ, ਜਿਹੜੇ ਇੱਥੋਂ ਦੇ ਸਰਜਰੀ ਵਿਭਾਗ ਵਿਖੇ ਮੁਖੀ ਦੇ ਤੌਰ ਤੇ ਸੇਵਾ ਨਿਭਾ ਰਹੇ ਆ। ਅੱਜ ਕਿਸਾਨ ਵੀਰੋ ਅਸੀਂ ਗੱਲ ਕਰਾਂਗੇ ਕਿ ਪਸ਼ੂਆਂ ਨੂੰ ਜਦੋਂ ਕੋਈ ਸੱਟ ਪੇਟ ਲੱਗ ਜਾਂਦੀ ਹੈ ਤਾਂ ਉਦੋਂ ਅਸੀਂ ਕਿਸ ਤਰੀਕੇ ਨਾਲ ਸਰਜਰੀ ਵਿਧੀਆਂ ਰਾਹੀਂ ਜਾਂ ਉਹਨਾਂ ਦਾ ਕਿਤੇ ਕੋਈ ਇਸ ਤਰੀਕੇ ਦੀ ਸਮੱਸਿਆ ਆ ਜੇ ਕਿ ਕੋਈ ਟਾਂਕੇ ਲਾਉਣੇ ਪੈਣ, ਕੋਈ ਉਹੋ ਜਿਹੇ ਜਿਹੜੇ ਇਲਾਜ ਨੇ ਉਹ ਕਿਵੇਂ ਕੀਤੇ ਜਾਂਦੇ, ਇਸ ਸੰਬੰਧੀ ਅਸੀਂ ਡਾਕਟਰ ਸਾਹਿਬ ਨਾਲ ਜਿਹੜੀ ਸਾਂਝ ਪਾਵਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਵੇਖੋ ਕਿਉਂਕਿ ਮਸ਼ੀਨੀਕਰਨ ਦਾ ਯੁੱਗ ਆ ਗਿਆ। ਬਿਲਕੁਲ ਜੀ। ਤੇ ਜਦੋਂ ਮਨੁੱਖ ਦੀ ਭੱਜ ਦੌੜ ਵੱਧਦੀ ਆ ਮਸ਼ੀਨੀਕਰਨ ਦੇ ਯੁੱਗ ਤੇ ਨਾਲ ਹੀ ਸਾਡੇ ਪਸ਼ੂ ਜਿਹੜੇ ਸੀ ਪਾਲੇ ਉਹਨਾਂ ਦੀ ਵੱਧਦੀ ਆ। ਬਿਲਕੁਲ ਸਹੀ ਗੱਲ ਹੈ ਜੀ। ਤੇ ਜਦੋਂ ਇਸ ਭੱਜ ਦੌੜ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਪਸ਼ੂਆਂ ਨੂੰ ਕਈ ਵਾਰੀ ਸੱਟ ਫੇਟ ਲੱਗ ਜਾਂਦੀ ਆ, ਕਈ ਵਾਰੀ ਮਸ਼ੀਨੀਕਰਨ 'ਚ ਅਸੀਂ ਇਹ ਵੇਖਦੇ ਹਾਂ ਕਿ ਉਹਨਾਂ ਦੇ ਅੰਦਰ ਕੋਈ ਚੀਜ਼ ਚੱਲ ਜਾਂਦੀ ਆ। ਬਿਲਕੁਲ ਜੀ। ਇਸ ਪੱਖੋਂ ਬਤੌਰ ਮਾਹਰ ਜਿਹੜਾ ਹੈ ਉਹ ਤੁਸੀਂ ਕਿਹੜੇ ਮਹਿਸੂਸ ਕਰਦੇ ਜੇ ਕਿ ਪਸ਼ੂਆਂ ਨੂੰ ਸਮੱਸਿਆਵਾਂ ਆਉਂਦੀਆਂ ਏ ਜਿਹੜੀਆਂ ਸੱਟ ਫੇਟ ਦੇ ਤੌਰ ਦੇ ਉੱਤੇ ਉਹਨਾਂ ਨੂੰ ਲੱਗ ਜਾਂਦੀਆਂ, ਤਾਂ ਮੁੜ ਕੇ ਆਪਾਂ ਉਹਨਾਂ ਦੇ ਇਲਾਜ ਦੀ ਵੀ ਗੱਲ ਕਰਾਂਗੇ। ਦੇਖੋ ਜੀ, ਆਪਾਂ ਮੋਟੀ ਗੱਲ ਕਰੀਏ ਤਾਂ ਪਹਿਲਾਂ ਤਾਂ ਦੋ ਤਰ੍ਹਾਂ ਦੀਆਂ ਸੱਟਾਂ ਆਪਾਂ ਨੂੰ ਕਰ ਸਕਦੇ ਹਾਂ ਕਿ ਜਿਹੜੀ ਇੱਕ ਤਾਂ ਬਾਹਰਲੀਆਂ ਸੱਟਾਂ ਜਿਹੜੀਆਂ ਆਪਾਂ ਬਾਹਰ ਦਿੰਦੀਆਂ ਨੇ ਤੇ ਇੱਕ ਅੰਦਰੂਨੀ ਸੱਟਾਂ ਜਿਹਨੂੰ ਆਪਾਂ ਕਹਿੰਦੇ ਗੁੱਝੀਆਂ ਸੱਟਾਂ ਜੀ। ਸੋ ਇਹ ਪਹਿਲਾਂ ਤਾਂ ਆਪਾਂ ਮੋਟਾ ਇਹਨਾਂ ਨੂੰ ਇਹ ਦੋਨਾਂ ਵਿੱਚ ਆਪਾਂ ਵੰਡ ਸਕਦੇ ਹਾਂ ਜੀ। ਉਸ ਤੋਂ ਬਾਅਦ ਫਿਰ ਜੇ ਆਪਾਂ ਗੱਲ ਕਰੀਏ ਬਾਹਰਲੀਆਂ ਸੱਟਾਂ ਦੀ ਤਾਂ ਉਹਨਾਂ ਨੂੰ ਅੱਗੇ ਆਪਾਂ ਹੋਰ ਕਈ ਤਰੀਕਿਆਂ ਨਾਲ ਵੰਡ ਸਕਦੇ ਹਾਂ ਜੀ। ਤੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰੀਏ ਤਾਂ ਇਹ ਉਹ ਸੱਟਾਂ ਹੈਗੀਆਂ ਜਿਹੜੇ ਕਿ ਅਸੀਂ ਆਪ ਜਿਹਨੂੰ ਚੀਰਾ ਦਿੰਦੇ ਹਾਂ, ਜਿਹਨੂੰ ਕਹਿੰਦੇ ਹਾਂ ਕਿ ਅਸੀਂ ਸਰਜਰੀ ਦੀ ਵਿਧੀ ਦੇ ਲਈ ਅਸੀਂ ਜਿਹੜਾ ਚੀਰਾ ਦਿੰਦੇ ਹਾਂ ਉਹ ਸੱਟ ਆਪਣਾ ਅਸੀਂ ਜਾਨਵਰ ਦੇ ਚੀਰਾ ਲਾ ਕੇ ਕਰਦੇ ਹਾਂ ਜੀ। ਸੋ ਉਹਦੇ ਵਿੱਚ ਜਿਹੜੀ ਸੱਟ ਹੁੰਦੀ ਹੈ, ਜਿਹੜਾ ਚੀਰਾ ਲਾਇਆ ਜਾਂਦਾ, ਇਹ ਜਾਨਵਰ ਨੂੰ ਠੀਕ ਕਰਨ ਦੇ ਲਈ ਲਾਉਂਦੇ ਹਾਂ ਅਸੀਂ ਕਿ ਜਿਹੜੇ ਅੰਦਰ ਕੋਈ ਜਾਨਵਰ ਦੇ ਕੋਈ ਸੱਟ ਫੇਟ ਲੱਗੀ ਹੈ ਜਾਂ ਕੋਈ ਕਹਿ ਲਓ ਆਪਾਂ ਕਿ ਅੰਦਰ ਰਸੌਲੀ ਹੈਗੀ ਆ ਜਾਂ ਕਹਿ ਲਓ ਕਿ ਆਪਾਂ ਫ੍ਰੈਕਚਰ ਦੇ ਜਿਹੜਾ ਇਲਾਜ ਕਰਨਾ, ਕੋਈ ਹੱਡੀ ਟੁੱਟੀ ਉਹਦਾ ਇਲਾਜ ਕਰਨਾ। ਸੋ ਇਹਨਾਂ ਕੰਮਾਂ ਲਈ ਜਿਹੜਾ ਅਸੀਂ ਜਦੋਂ ਕਰਦੇ ਹਾਂ, ਡਾਕਟਰ ਜਿਹੜਾ ਚੀਰਾ ਦਿੰਦਾ ਉਹ ਸੱਟ ਆਪਾਂ ਜਿਹੜੀ ਲਾਉਂਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਸਰਜਰੀ ਜਿਹੜਾ ਚੀਰਾ ਹੈਗਾ, ਸਰਜੀਕਲ ਚੀਰਾ। ਸੋ ਇਹ ਜਿਹੜਾ ਹੈਗਾ ਸਭ ਤੋਂ ਸਾਫ਼ ਜ਼ਖਮ ਹੁੰਦਾ ਹੈਗਾ ਕਿਉਂਕਿ ਅਸੀਂ ਆਪ ਇਹਨੂੰ ਕਰਦੇ ਹਾਂ ਤੇ ਬੜੀ ਸਾਫ਼ ਸਫਾਈ ਨਾਲ ਕਰਦੇ ਹਾਂ। ਪਹਿਲਾਂ ਸਾਫ਼ ਸਫਾਈ ਕਰਕੇ ਤੇ ਫਿਰ ਇਹ ਜ਼ਖਮ ਅਸੀਂ ਕਰਦੇ ਹਾਂ ਜੀ। ਸੋ ਇਹਦੇ ਵਿੱਚ ਅਸੀਂ ਜਿਹੜਾ ਵੀ ਅਸੀਂ ਉਸ ਤੋਂ ਬਾਅਦ ਇਲਾਜ ਕਰਨਾ ਜਾਨਵਰ ਦੇ ਹੱਡੀ ਟੁੱਟੀ ਹੈ ਤਾਂ ਜੋ ਪਲੇਟ ਪਾਣੀ ਹੈ, ਰੋਡ ਪਾਣੀ, ਜੋ ਕੁਛ ਕਰਨਾ, ਜਾਂ ਜੇ ਅੰਦਰ ਰਸੌਲੀ ਹੈਗੀ ਹੈ ਤਾਂ ਉਹਨੂੰ ਅੰਦਰ ਕੱਟ ਕੇ ਕੱਢਣਾ ਅਸੀਂ ਜੀਰਾ ਦੇ ਕੇ। ਸੋ ਉਹ ਸਾਰਾ ਕੁਛ ਕਰਨ ਤੋਂ ਬਾਅਦ ਅਸੀਂ ਵਾਪਸ ਇਹਨੂੰ ਟਾਂਕੇ ਲਾ ਕੇ ਸੀ ਦਿੰਦੇ ਹਾਂ। ਸੋ ਇਹਦੇ ਵਿੱਚ ਜਿਹੜਾ ਹੁੰਦਾ ਇਹ ਜ਼ਖਮ ਜਿਹੜਾ ਹੁੰਦਾ ਤਕਰੀਬਨ ਆਪਣਾ ਹਫ਼ਤੇ ਦੇ ਵਿੱਚ ਭਰ ਜਾਂਦਾ ਜੇ ਆਪਾਂ ਸਹੀ ਤਰ੍ਹਾਂ ਇਹਦਾ ਮਤਲਬ ਆਪਾਂ ਇਹਨੂੰ ਸਾਂਭ ਸੰਭਾਲ ਕਰਦੇ ਹਾਂ। ਇਹ ਪੱਟੀ ਟਾਈਮ 'ਤੇ ਕਰਾਈ ਜਾਂਦੇ, ਜਿਹੜੀਆਂ ਦਵਾਈਆਂ ਦੇ ਟੀਕੇ ਲਿਖੇ ਹੁੰਦੇ ਉਹ ਲਵਾਈ ਜਾਂਦੇ ਆਪਾਂ, ਤੇ ਜਾਨਵਰ ਨੂੰ ਆਪਾਂ ਜਿਹੜਾ ਜ਼ਖਮ ਨੂੰ ਗੰਦਾ ਨਹੀਂ ਹੋਣ ਦਿੰਦੇ ਜੀ। ਉਸ ਤੋਂ ਬਾਅਦ ਆਪਾਂ ਜਿਹੜੀ ਦੂਜੇ ਉਹ ਤਾਂ ਫਿਰ ਕਈ ਤਰ੍ਹਾਂ ਦੇ ਜ਼ਖਮ ਹੋਰ ਆ ਜਾਂਦੇ ਜਿਹੜੇ ਕਿ ਜਾਨਵਰ ਨੂੰ ਆਪ ਲੱਗਦਾ, ਜੇ ਕੋਈ ਸੱਟ ਫੇਟ ਲੱਗ ਜਾਂਦੀ ਆ ਜੀ। ਸੋ ਉਹਦੇ ਵਿੱਚ ਕਈ ਵਾਰ ਕੰਡਿਆਲੀ ਤਾਰ ਦੇ ਵਿੱਚ ਜਾਨਵਰ ਉਲਝ ਜਾਂਦਾ ਵਾ, ਜਿਹੜੀਆਂ ਆਪਾਂ ਲਾਈਆਂ ਹੁੰਦੀਆਂ, ਤੇ ਉਹਦੇ ਕਰਕੇ ਜਿਹੜਾ ਹੈਗਾ ਜ਼ਖਮ ਜਿਹੜਾ ਉਗੜ ਦੁਗੜ ਹੁੰਦਾ ਕਾਫੀ ਜੀ। ਸੋ ਇਹ ਜਿਹੜੇ ਜ਼ਖਮ ਹੁੰਦੇ ਆ, ਹੋਰ ਤਰ੍ਹਾਂ ਜਿਹੜੇ ਵੀ ਜ਼ਖਮ ਹੁੰਦੇ ਆ, ਉਹ ਜੇ ਤਾਂ 4 ਤੋਂ 6 ਘੰਟੇ ਦੇ ਵਿੱਚ ਸਾਡੇ ਕੋਲ ਡਾਕਟਰ ਕੋਲ ਆ ਜਾਂਦਾ ਤਾਂ ਉਹਨਾਂ ਜ਼ਖਮਾਂ ਦੇ ਵਿੱਚ ਆਪਾਂ ਟਾਂਕੇ ਲਾ ਸਕਦੇ ਹਾਂ ਜੀ। ਜੇ 6 ਘੰਟੇ ਤੋਂ ਪੁਰਾਣਾ ਜ਼ਖਮ ਹੋ ਜਾਂਦਾ ਤਾਂ ਉਹਦੇ ਵਿੱਚ ਟਾਂਕੇ ਲਾਣੇ ਜਿਹੜੇ ਹੈਗੇ ਆ ਉਹ ਰਿਕਮੈਂਡਡ ਨਹੀਂ ਹੁੰਦੇ, ਕਿ ਆਪਾਂ ਜਿਹੜੀ ਸਾਇੰਸ ਕਹਿੰਦੀ ਕਿ ਉਹ 'ਚ ਆਪਾਂ ਟਾਂਕੇ ਨਹੀਂ ਲਾਣੇ ਚਾਹੀਦੇ, ਉਹਨੂੰ ਖੁੱਲ੍ਹਾ ਹੀ ਜ਼ਖਮ ਰੱਖਣਾ ਚਾਹੀਦਾ ਫਿਰ ਜੀ, ਕਿਉਂਕਿ ਉਹਦੇ ਅੰਦਰ ਜਰਾਸੀਮ ਚਲੇ ਜਾਂਦੇ ਆ। ਜੇ ਆਪਾਂ ਟਾਂਕੇ ਲਾ ਦਾਂਗੇ ਜਰਾਸੀਮ ਅੰਦਰ ਹੀ ਕੈਦ ਹੋ ਜਾਂਦੇ ਤੇ ਅੰਦਰ ਜਿਹੜੇ ਹੈਗੇ ਆ ਅੰਦਰ ਪੀਕ ਬਣਾਉਣੀ ਸ਼ੁਰੂ ਕਰ ਦਿੰਦੇ ਆ, ਫੋੜਾ ਬਣ ਜਾਂਦਾ ਤੇ ਅੰਦਰ ਜਿਹੜੇ ਆਪਣੇ ਟਾਂਕੇ ਲੱਗੇ ਉਹ ਟੁੱਟ ਜਾਣਗੇ ਤੇ ਅੰਦਰਲੇ ਹਿੱਸੇ ਨੂੰ ਉਹ ਹੋਰ ਵੀ ਖਰਾਬ ਕਰਦੇ ਨੇ ਜੀ। ਸੋ ਉਹ ਜ਼ਖਮ ਜਿਹੜੇ ਇਹੋ ਜਿਹੇ ਹੈਗੇ ਆ, ਇਹਨਾਂ ਨੂੰ ਫਿਰ ਆਪਾਂ ਖੁੱਲ੍ਹੇ ਜ਼ਖਮ ਦੇ ਤੌਰ 'ਤੇ ਇਹਨਾਂ ਨੂੰ ਅਸੀਂ ਇਹਨਾਂ ਇਲਾਜ ਕਰਦੇ ਹਾਂ ਜੀ। ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਕਰਨਾ ਚਾਹੀਦਾ ਕਿ ਜਾਂ ਤਾਂ ਸਾਫ਼ ਪਾਣੀ ਨਾਲ, ਤੇ ਜੇ ਆਪਾਂ ਲਾਲ ਦਵਾਈ ਦਾ ਘੋਲ ਬਣਾ ਸਕਦੇ ਹਾਂ ਤਾਂ ਬਹੁਤ ਹੀ ਵਧੀਆ ਗੱਲ ਆ ਜੀ। ਲਾਲ ਦਵਾਈ ਦਾ ਘੋਲ ਜਿਹੜਾ ਹੁੰਦਾ ਉਹ ਜਦੋਂ ਵੀ ਬਣਾਉਣਾ ਉਹ ਹਲਕੇ ਗੁਲਾਬੀ ਰੰਗ ਦਾ ਘੋਲ ਹੋਣਾ ਚਾਹੀਦਾ। ਇਹ ਗੱਲ ਦਾ ਖਾਸ ਖਿਆਲ ਰੱਖਣਾ ਜੀ ਕਿ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਜਿਹੜਾ ਲਾਲ ਦਵਾਈ ਜਿਹੜੀ ਹੁੰਦੀ ਉਹਨੂੰ ਪੋਟੈਸ਼ੀਅਮ ਪਰਮੈਂਗਨੇਟ ਕਹਿੰਦੇ ਅਸੀਂ ਜੀ। ਪੋਟੈਸ਼ੀਅਮ ਪਰਮੈਂਗਨੇਟ ਆਮ ਕਿਸੇ ਵੀ ਜਿਹੜੀ ਦਵਾਈਆਂ ਦੁਕਾਨ ਤੋਂ ਮਿਲ ਜਾਂਦੀ ਹੈ ਜੀ, ਤੇ ਇਹਦੇ 2 ਜਾਂ 3 ਦਾਣੇ ਇੱਕ ਆਪਾਂ ਮੱਗ ਜਾਂ ਕੱਪ ਦੇ ਵਿੱਚ ਪਾਣੇ ਹੁੰਦੇ ਆ ਜੀ।
ਤੇ ਉਹਦੇ ਬਾਅਦ ਜਦੋਂ ਹਲਕਾ ਗੁਲਾਬੀ ਘੋਲ ਬਣ ਜਾਂਦਾ, ਹਲਕੇ ਗੁਲਾਬੀ ਰੰਗ ਦਾ, ਤਾਂ ਉਹਦੇ ਨਾਲ ਆਪਾਂ ਜ਼ਖਮ ਨੂੰ ਧੋ ਸਕਦੇ ਹਾਂ। ਜਿਹੜੀ ਮੈਂ ਗੱਲ ਕੀਤੀ ਹੈ ਕਿ ਜੇ ਹਲਕੇ ਗੁਲਾਬੀ ਰੰਗ ਦਾ ਘੋਲ ਹੀ ਹੋਣਾ ਚਾਹੀਦਾ, ਗੂੜਾ ਰੰਗ ਨਹੀਂ ਹੋਣਾ ਚਾਹੀਦਾ, ਇਹਦਾ ਖਾਸ ਖਿਆਲ ਰੱਖਣਾ ਚਾਹੀਦਾ। ਕਿਉਂਕਿ ਜੇ ਆਪਾਂ ਗੂੜੇ ਰੰਗ ਦੇ ਘੋਲ ਨਾਲ ਆਪਾਂ ਇਹਨੂੰ ਜ਼ਖਮ ਨੂੰ ਸਾਫ਼ ਕਰਾਂਗੇ ਜੀ ਤਾਂ ਆਪਾਂ ਨੂੰ ਐਂ ਤਾਂ ਲੱਗਣਾ ਕੁਝ ਨਹੀਂ ਹੋਇਆ, ਪਰ ਇਹ ਜਿਹੜਾ ਹੁੰਦਾ ਘੋਲ ਬਣਿਆ ਹੁੰਦਾ, ਇਹ ਆਲੇ ਦੁਆਲੇ ਦੀਆਂ ਮਾਸਪੇਸ਼ੀਆਂ ਨੂੰ ਸਾੜ ਦਿੰਦਾ। ਠੀਕ ਹੈ। ਸੋ ਆਪ ਫਾਇਦਾ ਕਰਨ ਨਾਲੋਂ ਨੁਕਸਾਨ ਵੱਧ ਕਰ ਦਿੰਦਾ ਤੇ ਜ਼ਖਮ ਜਿਹੜਾ ਹੋਰ ਖਰਾਬ ਹੋ ਜਾਂਦਾ ਜੀ। ਸੋ ਜਦੋਂ ਵੀ ਆਪਾਂ ਇਹਨੂੰ ਧੋਣਾ, ਜ਼ਖਮ ਨੂੰ ਹਲਕੇ ਗੁਲਾਬੀ ਰੰਗ ਦੇ ਘੋਲ ਨਾਲ ਧੋਣਾ। ਜੇ ਆਪਣਾ ਬਾਈ ਚਾਂਸ ਗਾੜੇ ਰੰਗ ਦਾ ਬਣ ਵੀ ਜਾਂਦਾ, ਗੂੜੇ ਰੰਗ ਦਾ ਘੋਲ ਬਣ ਵੀ ਜਾਂਦਾ, ਉਹ ਕੁਛ ਨਹੀਂ ਕਰਨਾ, ਇੱਕ ਹੋਰ ਭਾਂਡੇ ਲੈ ਲਓ, ਥੋੜਾ ਉਹ ਕੱਢ ਲਓ ਉਹ 'ਚੋਂ ਤੇ ਉਹਦੇ ਵਿੱਚ ਤਾਜ਼ਾ ਪਾਣੀ ਰਲਾ ਲਓ ਜੀ। ਮਤਲਬ ਗੁਲਾਬੀ ਜਿਹੜਾ ਰੰਗ ਆ ਹਲਕਾ ਹੋ ਜਾਏ ਜਦੋਂ, ਉਦੋਂ ਆਪਾਂ ਉਹਨੂੰ ਜ਼ਖਮ ਨੂੰ ਧੋਣਾ ਉਹਦੇ ਨਾਲ ਜੀ। ਉਹ ਧੋਣ ਤੋਂ ਬਾਅਦ ਜਿੰਨਾ ਕੁ ਆਪਾਂ ਨੂੰ ਕੋਈ ਮਿੱਟੀ ਘੱਟਾ ਲੱਗਿਆ, ਕੋਈ ਉੱਥੇ ਕੱਖ ਲੱਗਿਆ ਹੋ, ਕੁਝ ਵੀ ਲੱਗਿਆ, ਉਹ ਸਾਰੇ ਸਾਫ਼ ਕਰ ਦੇਣੇ ਆ ਜੀ। ਉਸ ਤੋਂ ਬਾਅਦ ਆਪਾਂ ਜ਼ਖਮ ਦੇ ਉੱਤੇ ਕੋਈ ਮੱਲਮ ਲਾਣੀ ਹੈ। ਕੋਈ ਵੀ ਤੁਹਾਡੇ ਕੋਲ ਮੱਲਮ ਹੈਗੀ ਆ, ਬੀਟਾਡੀਨ ਹੈਗੀ ਆ, ਕੋਈ ਹੋਰ, ਜੇ ਅੱਜ ਕੱਲ੍ਹ ਜਿਵੇਂ ਮੌਸਮ ਗਰਮੀਆਂ ਵਿੱਚ ਮੱਖੀ ਬਹੁਤ ਹੁੰਦੀ ਹੈ ਤਾਂ ਮੱਖੀ ਤੋਂ ਬਚਾਅ ਦੇ ਲਈ ਆਪਾਂ ਲੋਰੈਕਸਿਨ ਸਪਰੇਅ ਆਉਂਦੀ ਹੈ, ਹਾਈਮੈਕਸ ਸਪਰੇਅ ਆਉਂਦੀ ਹੈ, ਟੌਪੀਕਲ, ਕੋਈ ਮਤਲਬ ਜਿਹੜੀ ਸਪਰੇਅ ਤੁਹਾਨੂੰ ਬਾਜ਼ਾਰ 'ਚ ਮਿਲਦੀ ਹੈਗੀ ਆ, ਉਹ ਆਪਾਂ ਲੈ ਸਕਦੇ ਹਾਂ ਤੇ ਉਹਦੇ ਨਾਲ ਆਪਾਂ ਜਿਹੜਾ ਜ਼ਖਮ ਨੂੰ ਸਾਫ਼ ਕਰਕੇ ਮਤਲਬ ਮੱਲਮ ਕਰ ਸਕਦੇ ਹਾਂ ਉਹਦੀ ਜੀ। ਤੇ ਜੇ ਕਿਸੇ ਥਾਂ ਤੇ ਆਪਾਂ ਪੱਟੀ ਕਰ ਸਕਦੇ, ਪੱਟੀ ਵੀ ਬਹੁਤ ਜ਼ਰੂਰੀ ਆ। ਪਰ ਵੱਡੇ ਜਾਨਵਰਾਂ 'ਚ ਇਹ ਹੋ ਜਾਂਦਾ ਕਿ ਆਪਾਂ ਨੂੰ ਪੱਟੀ ਇੱਕ ਤਾਂ ਰਹਿੰਦੀ ਨਹੀਂ ਜਾਂ ਪੱਟੀ ਛੇਤੀ ਗਿੱਲੀ ਹੋ ਜਾਂਦੀ ਹੈ। ਸੋ ਜੇ ਪੱਟੀ ਨਹੀਂ ਰੱਖ ਸਕਦੇ ਤਾਂ ਉੱਥੇ ਆਪਣੀ ਬਾਰ-ਬਾਰ ਸਪਰੇਅ ਕਰਨੀ ਪੈਂਦੀ ਹੈ ਜੀ। ਤੋ ਇਹਦੇ ਨਾਲ ਆਪਾਂ ਜਿਹੜਾ ਹੈਗਾ ਜ਼ਖਮ ਦਾ ਆਪਾਂ ਇਲਾਜ ਕਰ ਸਕਦੇ ਹਾਂ ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਇਹ ਗੱਲ ਕੀਤੀ ਬਾਹਰੀ ਜ਼ਖਮਾਂ ਦੀ, ਬਿਲਕੁਲ ਜੀ, ਇੰਝ ਹੀ ਤੁਸੀਂ ਗੱਲ ਕੀਤੀ ਸੀ ਵੀ ਕਿ ਅੰਦਰੂਨੀ ਜ਼ਖਮ ਜਿਹੜੇ ਉਹ ਵੀ ਹੋ ਜਾਂਦੇ ਆ। ਹਾਂਜੀ। ਅੰਦਰੂਨੀ ਜ਼ਖਮ ਦੀ ਸ਼੍ਰੇਣੀ ਦੇ ਵਿੱਚ ਕਿਹੜੇ-ਕਿਹੜੇ ਜ਼ਖਮ ਆਉਂਦੇ ਆ ਤੇ ਫਿਰ ਆਪਾਂ ਉਹਨਾਂ ਨੂੰ ਕਿਵੇਂ ਨਜਿੱਠਣਾ ਹੁੰਦਾ ਜੀ? ਅੰਦਰੂਨੀ ਜ਼ਖਮ ਦੇਖੋ ਜੀ ਐਦਾਂ ਨਹੀਂ ਹੁੰਦੇ। ਅੰਦਰੂਨੀ ਇੱਕ ਦੋ ਚੀਜ਼ਾਂ ਹੁੰਦੀਆਂ, ਜਿਸ ਤਰ੍ਹਾਂ ਹਰਨੀਆਂ ਕਹਿੰਦੇ ਆਪਾਂ, ਹਰਨੀਆਂ ਹੋ ਜਾਂਦੀਆਂ। ਜੀ ਜੀ। ਹਰਨੀਆਂ 'ਚ ਕੀ ਹੁੰਦਾ ਕਿ ਜਿਹੜੀ ਆਪਣੀ ਚਮੜੀ ਆ ਉੱਪਰਲੀ ਸਰੀਰ ਦੇ, ਉਹਨੂੰ ਕੁਝ ਨਹੀਂ ਹੁੰਦਾ, ਉਹ ਸਾਬਤ ਰਹਿੰਦੀ ਆ। ਉਹਦੇ ਅੰਦਰ ਜਿਹੜੀਆਂ ਮਾਸਪੇਸ਼ੀਆਂ ਹੁੰਦੀਆਂ ਨੇ ਜੀ, ਉਹ ਮਾਸਪੇਸ਼ੀਆਂ ਫਟ ਜਾਂਦੀਆਂ ਨੇ ਤੇ ਉਹਦੇ ਅੰਦਰੋਂ ਜਿਹੜੇ ਆਪਣੇ ਅੰਦਰਲੇ ਜਿਹੜੇ ਆਪਣੇ ਹੁੰਦੇ ਆ ਆਰਗਨ ਹੁੰਦੇ ਨੇ ਅੰਦਰਲੇ, ਉਹ ਚੀਜ਼ਾਂ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਕਈ ਵਾਰ ਆਂਤੜਾਂ ਬਾਹਰ ਆ ਜਾਂਦੀਆਂ ਨੇ, ਕਈ ਵਾਰ ਢਿੱਡ ਦਾ ਹਿੱਸਾ ਬਾਹਰ ਆ ਜਾਂਦਾ। ਤੋ ਇਹਨਾਂ ਚੀਜ਼ਾਂ ਦੇ ਕਰਕੇ ਜਿਹੜਾ ਹੈਗਾ ਆਪਣਾ ਉਹ ਅੰਦਰਲੇ ਜ਼ਖਮ ਹੋ ਜਾਂਦੇ ਨੇ ਜੀ। ਸੋ ਉਹਨਾਂ ਦਾ ਜਿਹੜਾ ਇਲਾਜ ਹੈ, ਉਹਨਾਂ ਦਾ ਇਲਾਜ ਵੀ ਸਿਰਫ ਸਰਜਰੀ ਹੀ ਹੈ। ਉਹ ਦਵਾਈਆਂ ਨਾਲ ਠੀਕ ਨਹੀਂ ਹੋਣਾ ਉਹਨੇ। ਕਿਉਂਕਿ ਤੇ ਦੂਜੀ ਗੱਲ ਇਹ ਹੈ ਕਿ ਇਹ ਜਿਹੜੇ ਆਪਣੇ ਜਿਹਨੂੰ ਆਪਾਂ ਹਰਨੀਆਂ ਕਹਿੰਦੇ ਆ, ਜੇ ਇਹੀ ਚੀਜ਼ ਹੋ ਜਾਂਦੀ ਹੈ ਤਾਂ ਜਲਦੀ ਤੋਂ ਜਲਦੀ ਇਲਾਜ ਕਰਾਉਣਾ ਚਾਹੀਦਾ ਜੀ। ਉਹਦਾ ਕਾਰਨ ਇਹ ਆ ਕਿ ਕਈ ਵਾਰ ਕੀ ਹੁੰਦਾ, ਜਿਵੇਂ ਆਂਤੜਾਂ ਆਪਣੀਆਂ ਬਾਹਰ ਆ ਜਾਂਦੀਆਂ ਨੇ, ਆਂਤੜਾਂ ਦਾ ਹਰਨੀਆਂ ਹੋ ਜਾਂਦਾ ਜੀ। ਸੋ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਪਹਿਲਾਂ ਤਾਂ ਉਹ ਆਂਤੜਾਂ ਖਾਲੀ ਹੁੰਦੀਆਂ, ਉਹਦਾ ਜਾਨਵਰ ਪੱਠੇ ਖਾ ਲੈਂਦਾ ਤਾਂ ਉਹਦੇ ਨਾਲ ਕੀ ਆਂਤੜਾਂ ਫੁੱਲ ਜਾਂਦੀਆਂ ਨੇ। ਤਾਂ ਉਹਦੇ ਨਾਲ ਕੀ, ਜੇ ਕਈ ਵਾਰ ਕੀ ਹੁੰਦਾ, ਜਿਹੜਾ ਜਿੱਥੋਂ ਪਾਰਟ ਪਿਆ ਹੁੰਦਾ ਵਾ ਉਹ ਹਿੱਸਾ ਛੋਟਾ ਹੁੰਦਾ ਜਾਂ ਪਾਰਟ ਛੋਟਾ ਹੁੰਦਾ, ਤਾਂ ਆਂਤੜਾਂ ਪਹਿਲਾਂ ਜਦ ਖਾਲੀ ਹੁੰਦੀ ਬਾਹਰ ਆ ਜਾਂਦੀਆਂ। ਜਦੋਂ ਖਾ ਪੀ ਲੈਂਦਾ ਜਾਨਵਰ, ਉਹਦੇ ਅੰਦਰ ਜਿਹੜਾ ਆਪਣਾ ਜਿਹੜਾ ਗੋਹਾ ਆ ਜਾਂਦਾ ਹੈਗਾ ਜਾਂ ਜਿਹੜੇ ਖਾਣ ਦੇ ਪਦਾਰਥ ਹੈਗੇ ਉੱਥੇ ਪਹੁੰਚਦੇ ਨੇ, ਤਾਂ ਉਹਦੇ ਨਾਲ ਕੀ ਹੁੰਦਾ, ਉਹ ਫੁੱਲ ਜਾਂਦੀਆਂ ਨੇ ਜੀ। ਤਾਂ ਉਹਦੇ ਨਾਲ ਕੀ ਹੁੰਦਾ ਕਿ ਉਹਨਾਂ ਦੀ ਕਈ ਵਾਰ ਖੂਨ ਦੀ ਸਪਲਾਈ ਰੁਕ ਜਾਂਦੀ ਹੈ ਜੀ। ਤਾਂ ਉਹਨਾਂ ਨਾਲ ਜਾਨਵਰ ਨੂੰ ਪੀੜ ਬਹੁਤ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਕਿਸੇ ਟਾਈਮ ਵੀ ਹੋ ਸਕਦਾ ਜੀ। ਹੋ ਸਕਦਾ ਹਫਤਾ ਨਾ ਕੋਈ ਪੀੜ ਹੋਵੇ ਜਾਨਵਰ ਨੂੰ, 10 ਦਿਨਾਂ ਬਾਅਦ ਨਾ ਕੁਛ ਹੋਵੇ, ਪਰ ਹੋ ਸਕਦਾ 11ਵੇਂ ਦਿਨ ਜਾ ਕੇ ਇੱਕਦਮ ਉਹਨੂੰ ਪੀੜ ਉੱਠ ਪਏ ਜੀ ਜੀ ਜੀ। ਸੋ ਉਹਦੇ ਨਾਲ ਕੀ ਹੁੰਦਾ ਕਿ ਫਿਰ ਇੱਕਦਮ ਐਮਰਜੈਂਸੀ ਬਣ ਜਾਂਦੀ ਹੈ ਜੀ। ਸੋ ਉਸੇ ਟਾਈਮ ਕਈ ਵਾਰ ਡਾਕਟਰ ਨਹੀਂ ਮਿਲਦਾ, ਕੁਛ ਹੋਰ ਆਪਰੇਸ਼ਨ ਨਹੀਂ ਹੋ ਪਾਉਂਦਾ। ਸੋ ਇਹੋ ਜਿਹੇ ਦੇ ਵਿੱਚ ਆਪਾਂ ਨੂੰ ਇਹ ਕਰਨਾ ਚਾਹੀਦਾ ਕਿ ਜਦੋਂ ਤਾਂ ਆਪਾਂ ਨੂੰ ਲੱਗਦਾ ਕਿ ਹਰਨੀਆ ਹੋ ਗਿਆ ਹੈਗਾ ਜੀ, ਤਾਂ ਉਦੋਂ ਨਾਲ ਦੀ ਨਾਲ ਹੀ ਆਪਾਂ ਨੂੰ ਜਿਹੜਾ ਇਲਾਜ ਉਹਦਾ ਕਰਵਾ ਲੈਣਾ ਚਾਹੀਦਾ। ਜਿਵੇਂ ਆਪਾਂ ਬਾਹਰੀ ਜ਼ਖਮਾਂ ਦੀ ਗੱਲ ਕਰਦੇ ਹਾਂ, ਬਿਲਕੁਲ ਜੀ। ਹੁਣ ਕਈ ਵਾਰੀ ਸਾਡਾ ਪਸ਼ੂ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ, ਹਾਂਜੀ, ਉਹਦੀ ਕੋਈ ਹੱਡੀ ਟੁੱਟ ਜਾਂਦੀ ਆ, ਬਿਲਕੁਲ ਜੀ, ਹੱਡੀ ਬਾਹਰ ਆ ਜਾਂਦੀ ਆ, ਇੱਕ ਤੇ ਹੱਡੀ ਟੁੱਟੀ ਪਈ ਆ ਤੇ ਦੂਜਾ ਉਤੋਂ ਜ਼ਖਮ ਹੀ ਹੋ ਗਿਆ, ਬਾਹਰੀ ਜ਼ਖਮ, ਬਿਲਕੁਲ। ਉਦੋਂ ਫਿਰ ਯੂਨੀਵਰਸਿਟੀ ਜਾਂ ਜਿਹੜਾ ਵੀ ਸਰਜਨ ਆ, ਉਹ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਉਸ ਪਸ਼ੂ ਦਾ ਇਲਾਜ ਕਰੂਗਾ ਤੇ ਉਹਦੇ ਵਾਸਤੇ ਕੀ ਸਹੂਲਤਾਂ ਨੇ ਆਪਣੇ ਕੋਲ? ਦੇਖੋ ਜੀ, ਜਿਹੜੀ ਤਾਂ ਆਪਣੇ ਕੋਲ ਵੱਡੇ ਜਾਨਵਰਾਂ ਦੀ ਗੱਲ ਕਰੀ ਜੇ ਆਪਾਂ ਜੀ, ਵੱਡੇ ਜਾਨਵਰਾਂ ਦੇ ਲਈ ਸਾਡੇ ਕੋਲ ਅੱਡ-ਅੱਡ ਤਕਨੀਕਾਂ ਹੈਗੀਆਂ ਨੇ। ਅਸੀਂ ਪਲੇਟ ਵੀ ਪਾਉਂਦੇ ਆ ਜੀ, ਅਸੀਂ ਰੋਡ ਵੀ ਪਾਉਂਦੇ ਆ, ਜਿਹਦੇ ਵਿੱਚ ਅੰਦਰ ਮੋਰੀਆਂ ਹੁੰਦੀਆਂ, ਇਹਦੇ ਵਿੱਚ ਉਹਦੇ ਆਲੇ ਦੁਆਲੇ ਮਤਲਬ ਉਹਦੇ ਸਕਰੂ ਨਿਕਲ ਜਾਂਦੇ ਨੇ ਜੀ। ਸੋ ਜਿਹਦੇ ਨਾਲ ਕਿ ਹੱਡੀ ਜਿਹੜੀ ਇੱਕ ਵਾਰ ਹੱਡੀ ਦੇ ਵਿੱਚੋਂ ਆਪਾਂ ਆਰ-ਪਾਰ ਕਰ ਦਿੰਦੇ ਆ ਤਾਂ ਹੱਡੀ ਘੁੰਮਦੀ ਨਹੀਂ ਹੈਗੀ, ਨਾ ਹੀ ਉਹ ਇੱਕ ਦੂਜੇ ਦੇ ਵਿੱਚ ਹਿੱਸੇ ਦੁਆਰਾ ਜਾਂਦੇ ਆ ਉਹਦੇ। ਸੋ ਇਹੋ ਜਿਹਾ ਇਲਾਜ ਆਪਾਂ ਕਰਦੇ ਆ। ਜੇ ਉਹਦੇ ਜਿਹੜੀ ਹੱਡੀ ਕਈ ਵਾਰ ਪੂਰੀ ਨਹੀਂ ਟੁੱਟਦੀ ਜਾਂ ਉਹ ਆਪਣੀ ਥਾਂ ਤੋਂ ਹਿਲਦੀ ਨਹੀਂ ਹੈਗੀ, ਤਾਂ ਉਹਦੇ ਵਿੱਚ ਉਹਨਾਂ ਕੇਸਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਕਿ ਪਲਸਤਰ ਲਾਉਂਦੇ ਆ। ਪਰ ਪਲਸਤਰ ਦੇ ਵਿੱਚ ਅਸੀਂ ਇੱਕ ਜਿਹੜੀ ਐਲੂਮੀਨੀਅਮ ਦੀ ਪੱਤੀ ਪਾਉਂਦੇ ਆ ਤਾਂ ਕਿ ਪਲਸਤਰ ਟੁੱਟੇ ਨਾ, ਕਿਉਂਕਿ ਜਿਹੜੇ ਜਾਨਵਰ ਵੱਡੇ ਹੁੰਦੇ ਆ, ਇਹਨਾਂ 300-400 ਕਿਲੋ ਭਾਰ ਹੁੰਦਾ, ਤਾਂ ਇਕੱਲਾ ਪਲਸਤਰ ਜਿਹੜਾ ਹੈਗਾ ਇਹਨਾਂ ਦਾ ਭਾਰ ਨਹੀਂ ਚੱਲ ਸਕਦਾ। ਤਾਂ ਉਹਦੇ ਵਿੱਚ ਅਸੀਂ ਇੱਕ ਐਲੂਮੀਨੀਅਮ ਦੀ ਪੱਤੀ ਪਾਉਂਦੇ ਤਾਂ ਕਿ ਉਹਨੂੰ ਹੋਰ ਜਿਹੜੀ ਤਾਕਤ ਮਿਲੇ ਤੇ ਉਹ ਪਲਸਤਰ ਜਿਹੜਾ ਟੁੱਟੇ ਨਾ।
ਜੀ। ਸੋ ਉਹਦੇ ਰਾਹੀਂ ਵੀ ਅਸੀਂ ਜਿਹੜਾ ਇਹਨਾਂ ਦਾ ਇਲਾਜ ਕਰਦੇ ਹਾਂ। ਪਰ ਇਹ ਇਲਾਜ ਜਿਹੜਾ ਹੈਗਾ ਜ਼ਿਆਦਾਤਰ ਉਹਨਾਂ ਹੱਡੀਆਂ 'ਚ ਜਿਹੜਾ ਹੈਗਾ ਸੰਭਵ ਹੈਗਾ ਜਿਹੜੀ ਕਿ ਗੋਡੇ ਤੋਂ ਉੱਪਰਲੀ ਹੱਡੀ ਜਾਂ ਇੱਕਦਮ ਥੱਲੜੇ ਹੱਡੀ ਆ। ਜਿਹੜੀ ਆਪਣੇ ਮੋਢੇ ਵਾਲੀ ਹੱਡੀ ਆ ਜਾਂ ਜਿਹੜੀ ਆਪਣੀ ਪੱਟ ਵਾਲੀ ਹੱਡੀ ਆ, ਉਹਦੇ ਵਿੱਚ ਇਹ ਤਕਨੀਕ ਕੰਮ ਨਹੀਂ ਕਰਦੀ ਹੈਗੀ। ਤਾਂ ਉਹਦੇ ਵਿੱਚ ਸਾਨੂੰ ਜਿਹੜੀ ਆ ਰੋਡ ਜਾਂ ਪਲੇਟ ਦਾ ਹੀ ਸਹਾਰਾ ਲੈਣਾ ਪੈਂਦਾ। ਅਤੇ ਜੇ ਜਾਨਵਰ ਜ਼ਿਆਦਾ ਹੀ ਵੱਡਾ ਹੁੰਦਾ ਤਾਂ ਹੋ ਸਕਦਾ ਕਿ ਉਹਦਾ ਸਾਨੂੰ ਮਤਲਬ ਉਹਦਾ ਇਲਾਜ ਕਈ ਵਾਰ ਨਹੀਂ ਵੀ ਹੋ ਪਾਉਂਦਾ। ਉਹਦਾ ਕਾਰਨ ਇਹ ਹੁੰਦਾ ਕਿ ਜਦੋਂ ਜਾਨਵਰ ਜ਼ਿਆਦਾ ਭਾਰ ਵਾਲਾ ਹੁੰਦਾ ਤਾਂ ਉਹ ਜਦੋਂ ਖੜ੍ਹਾ ਹੁੰਦਾ ਆਪਰੇਸ਼ਨ ਤੋਂ ਬਾਅਦ ਤਾਂ ਉਹਦੇ ਇੱਕਦਮ ਮਾਸਪੇਸ਼ੀਆਂ ਪਟ ਜਾਂਦੀਆਂ ਨੇ, ਅਤੇ ਉਹਦੇ ਕਰਕੇ ਹੈ ਜਿਹੜੀ ਉਹਦੀ ਹੱਡੀ ਫਿਰ ਨੰਗੀ ਹੋ ਜਾਂਦੀ ਹੈ। ਤਾਂ ਉਹ ਅਸੀਂ ਮਤਲਬ ਦੇਖ ਕੇ ਕਰਦੇ ਹਾਂ ਕਿ ਜਾਨਵਰ ਦਾ ਜਿਹੜਾ ਹੈਗਾ ਉਹ ਇਲਾਜ ਲਾਇਕ ਹੈਗਾ ਕਿ ਨਹੀਂ ਹੈਗਾ, ਉਹਦੇ ਹਿਸਾਬ ਨਾਲ ਫਿਰ ਅਸੀਂ ਉਹਦਾ ਇਲਾਜ ਕਰਦੇ ਹਾਂ। ਸਾਡੇ ਕਿਸਾਨ ਵੀਰ ਜਿਹੜੇ ਆ ਨਾ, ਹਾਂਜੀ, ਉਹ ਖੇਤਾਂ ਦੇ ਵਿੱਚ ਕਈ ਵਾਰੀ ਕੋਈ ਪਟਾਕੇ, ਕੋਈ ਬੰਬ ਇਹੋ ਜਿਹੇ ਰੱਖ ਦਿੰਦੇ ਆ ਕਿ ਪਸ਼ੂ ਅੰਦਰ ਨਾ ਆਉਣ। ਬਿਲਕੁਲ ਜੀ। ਤੇ ਪਸ਼ੂ ਵਿਚਾਰਾ ਜਦੋਂ ਉਹਨੂੰ ਮੂੰਹ 'ਚ ਪਾਉਂਦਾ ਹੈ ਜਾਂ ਚੱਬਦਾ ਹੈ ਤੇ ਉਹ ਉਹਦੇ ਮੂੰਹ 'ਚ ਫੜ ਜਾਂਦਾ। ਤੇ ਕਈ ਵਾਰੀ ਵੇਖਿਆ ਅਖਬਾਰਾਂ ਦੇ ਵਿੱਚ ਕਿ ਬੜੀ ਉਹਦੀ ਵੇਦਨਾ ਭਰਪੂਰ ਸਥਿਤੀ ਹੁੰਦੀ ਹੈ ਕਿ ਸਾਰਾ ਉਹਦਾ ਜਬਾੜਾ ਜਾਂ ਉਹਦੇ ਬੁੱਲ ਜਿਹੜੇ ਸਾਰੇ ਉੱਡ ਜਾਂਦੇ। ਕਈ ਵਾਰੀ ਜੇ ਇਹੋ ਜਿਹੀ ਕੋਈ ਗੱਲ ਆ ਜੇ ਉਹਦੇ ਵਿੱਚ ਵੀ ਆਪਣਾ ਜਿਹੜਾ ਕੋਈ ਨਾ ਕੋਈ ਕਾਰਗਰ ਇਲਾਜ ਹੋ ਸਕਦਾ ਜੀ ਸਰਜਰੀ ਨਾਲ? ਹਾਂਜੀ, ਜੇ ਤਾਂ ਦੇਖੋ ਜੀ ਜਵਾੜਾ ਨਾਲ ਹੈਗਾ ਵਾ ਜੀ, ਠੀਕ ਆ, ਫੇਰ ਤਾਂ ਅਸੀਂ ਉਹਦਾ ਇਲਾਜ ਕਰ ਦਿੰਦੇ ਹਾਂ, ਉਹਦਾ ਆਪਰੇਸ਼ਨ ਕਰ ਦਿੰਦੇ ਹਾਂ। ਜੀ। ਹੁਣ ਕਈ ਵਾਰ ਤਾਂ ਹੁੰਦਾ ਜਵਾੜਾ ਉੱਡ ਹੀ ਜਾਂਦਾ, ਨਾਲ ਆਉਂਦਾ ਹੀ ਨਹੀਂ, ਫਿਰ ਉਹੋ ਜਿਹੇ ਹਾਲਾਤ ਦੇ ਵਿੱਚ ਅਸੀਂ ਮਜਬੂਰ ਹੋ ਜਾਂਦੇ ਹਾਂ ਕਿ ਜਦ ਤੱਕ ਸਾਡੇ ਕੋਲ ਉਹ ਹਿੱਸਾ ਹੀ ਹੈ ਨਹੀਂ ਉਹਦਾ ਅਸੀਂ ਇਲਾਜ ਕੀ ਕਰਾਂਗੇ। ਜੀ, ਠੀਕ ਹੈ ਨਾ ਜੀ। ਐਵੇਂ ਬੁੱਲਾਂ ਦਾ ਹੁੰਦਾ ਕਿ ਬੁੱਲ ਜੇ ਤਾਂ ਨਾਲ ਲੱਗੇ ਹੈਗੇ, ਪਾਟੇ ਨਹੀਂ ਤੇ ਸੜੇ ਨਹੀਂ ਹੈਗੇ ਬਹੁਤ ਜ਼ਿਆਦਾ, ਜੀ, ਤਾਂ ਉਹਦਾ ਅਸੀਂ ਦੁਬਾਰਾ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਆਪਣੇ ਟਾਂਕੇ ਲਾ ਕੇ ਉਹਨਾਂ ਨੂੰ ਸੈੱਟ ਕਰ ਦਿੰਦੇ ਹਾਂ, ਤੇ ਹੋ ਵੀ ਜਾਂਦਾ ਠੀਕ ਇਹ। ਜੀ। ਪਰ ਜੇ ਹਿੱਸਾ ਉੱਡ ਹੀ ਜਾਂਦਾ ਫਿਰ ਉਹਦਾ ਕੁਝ ਇਲਾਜ ਨਹੀਂ ਹੋ ਸਕਦਾ ਜੀ। ਸਾਡੇ ਅਵਾਰਾ ਜਿਹੜੇ ਆ ਉਹ ਕੁੱਤੇ ਬਹੁਤ ਨੇ। ਬਿਲਕੁਲ ਜੀ। ਕਈ ਵਾਰੀ ਇਹ ਪਸ਼ੂਆਂ ਦੇ ਪਿੱਛੇ ਪੈ ਜਾਂਦੇ ਆ। ਜਦੋਂ ਪਸ਼ੂ ਦੇ ਪਿੱਛੇ ਪੈ ਜਾਂਦੇ ਆ ਤਾਂ ਉਦੋਂ ਪਸ਼ੂ ਕਈ ਵਾਰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹਨੂੰ ਜ਼ਖਮੀ ਕਰ ਦਿੱਤਾ ਜਾਂਦਾ। ਸਹੀ ਗੱਲ ਹੈ। ਉਸ ਸਥਿਤੀ ਦੇ ਵਿੱਚ ਜਿਹੜਾ ਵਾ ਉਹ ਕਿਸ ਤਰੀਕੇ ਦੀ ਇਲਾਜ ਵਿਧੀ ਜਿਹੜੀ ਆ ਉਹ ਅਪਣਾਉਣੀ ਬਣਦੀ ਆ ਤੇ ਕਿੱਥੇ ਤੁਸੀਂ ਕਿਸ ਤਰੀਕੇ ਨਾਲ ਕਰਦੇ ਹੋ? ਉਹਦੇ ਦੇਖੋ ਹੀ ਗੱਲ ਤਾਂ ਉਹੀ ਹੁੰਦੀ ਹੈ ਕਿ ਜਿੰਨੀ ਦੇਰ ਤੱਕ ਸਾਰਾ ਕੁਝ ਨਾਲ ਹੈਗਾ ਜਾਨਵਰ ਦੇ, ਕੋਈ ਉਹਨਾਂ ਨੇ ਪਾਰਟ ਨਾਲ ਨੋਚ ਕੇ ਨਾਲ ਲੈ ਨਹੀਂ ਗਏ, ਜਿਵੇਂ ਉੱਪਰਲਾ ਚਮੜੀ ਹੈਗੀ ਆ, ਉੱਤੇ ਹੀ ਆਰਾਮ ਨਾਲ ਇਲਾਜ ਹੋ ਜਾਂਦਾ ਜੀ। ਪਰ ਇਹਦੇ ਵਿੱਚ ਇੱਕ ਇਲਾਜ ਸਾਨੂੰ ਨਾਲ ਇਹ ਕਰਨਾ ਪੈਂਦਾ ਕਿ ਸਾਨੂੰ ਹਲਕਾ ਦੇ ਟੀਕੇ ਨਾਲ ਲਾਉਣੇ ਪੈਂਦੇ ਜਾਂ ਜੀ। ਬਾਕੀ ਜਿਹੜੀ ਵਿਧੀ ਉਹੀ ਹੈ ਕਿ ਜਾਨਵਰ ਨੂੰ ਪਹਿਲਾਂ ਜਿਹੜਾ ਜ਼ਖਮ ਹੋਇਆ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰੀਦਾ, ਅਸੀਂ ਲਾਲ ਦਵਾਈ ਨਾਲ ਸਾਫ਼ ਕਰੋ, ਲਾਲ ਦਵਾਈ ਦੇ ਘੋਲ ਦੇ ਨਾਲ। ਉਸ ਤੋਂ ਬਾਅਦ ਜੇ ਟਾਂਕੇ ਲੱਗ ਸਕੇ, ਕੋਈ ਟਾਂਕੇ ਉਹੀ ਗੱਲ ਆ, ਜੇ 4 ਘੰਟੇ ਤੋਂ 6 ਘੰਟੇ ਦੇ ਵਿੱਚ ਜਾਨਵਰ ਆ ਜਾਂਦਾ ਸਾਡੇ ਕੋਲ 4 ਤੋਂ 6 ਘੰਟੇ ਵਿੱਚ ਤਾਂ ਉਹਦਾ ਟਾਂਕੇ ਲੱਗ ਜਾਂਦੇ ਆ, ਨਹੀਂ ਤਾਂ ਫਿਰ ਖੁੱਲ੍ਹਾ ਹੀ ਰੱਖਣਾ ਪੈਂਦਾ ਸਾਨੂੰ ਜੀ। ਤੇ ਜੇ ਜਾਨਵਰ ਖੁੱਲ੍ਹਾ ਆਪਾਂ ਰੱਖਦੇ ਆ ਤਾਂ ਉਹਨੂੰ ਫਿਰ ਆਪਾਂ ਮੱਖੀ ਤੋਂ ਵੀ ਬਚਾਉਣਾ ਪੈਂਦਾ ਆਪਾਂ ਨੂੰ, ਕਿ ਮੱਖੀ ਅੱਜ ਕੱਲ੍ਹ ਜਿੰਨੀ ਹੈਗੀ, ਜੇ ਮੱਖੀ ਬੈਠੂਗੀ ਤਾਂ ਉੱਥੇ ਉਹ ਆਪਣੇ ਆਂਡੇ ਦੇ ਦਿੰਦੀ ਹੈ ਅਤੇ ਉਹਨਾਂ ਨਾਲ ਅੰਦਰ ਕੀੜੇ ਪੈ ਜਾਂਦੇ ਆ। ਤਾਂ ਉਹ ਨਹੀਂ ਤਾਂ ਫਿਰ ਆਪਾਂ ਨੂੰ ਜ਼ਖਮ ਦਾ ਬਚਾਅ ਮਤਲਬ ਸਾਫ਼ ਸਫਾਈ ਲਈ ਉਹਦਾ ਹੋਰ ਅੱਡ ਕੰਮ ਕਰਨਾ ਪੈਣਾ ਜੇ ਕੀੜੇ ਅੰਦਰ ਪੈ ਜਾਂਦੇ ਆ। ਜੀ, ਜੀ। ਅਤੇ ਜਿਹੜੀ ਗੱਲ ਕੀਤੀ ਹੈ ਕਿ ਆਪਾਂ ਹਲਕਾ ਦੇ ਟੀਕੇ, ਉਹ ਹਲਕਾ ਦੇ ਟੀਕੇ ਇਸ ਲਈ ਜ਼ਰੂਰੀ ਹੈ ਕਿ ਆਪਾਂ ਨੂੰ ਇਹ ਨਹੀਂ ਪਤਾ ਜਿਹੜੇ ਕੁੱਤਿਆਂ ਨੇ ਵੱਢਿਆ ਕਿ ਉਹ ਹਲਕਿਆ ਹੋਇਆ ਤਾਂ ਨਹੀਂ ਹੈਗਾ। ਜੀ, ਜੀ। ਸੋ ਕਿਉਂਕਿ ਅੱਜ ਕੱਲ੍ਹ ਜਾਨਵਰ ਜਿਹੜੇ ਬਹੁਤ ਮਹਿੰਗੇ ਨੇ, ਕੋਈ ਵੀ ਇਹੋ ਜਿਹਾ 1 1.5 ਲੱਖ ਤੋਂ ਘੱਟ ਜਾਨਵਰ ਹੁੰਦਾ ਨਹੀਂ ਹੈਗਾ। ਸੋ ਉਹਦੇ ਵਿੱਚ ਆਪਾਂ ਨੂੰ ਕੀ ਹੈ ਕਿ ਹਲਕਾ ਦੇ ਟੀਕੇ ਲਵਾਉਣੇ ਬਹੁਤ ਜ਼ਰੂਰੀ ਨੇ ਜੀ। ਹੁਣ ਹਲਕਾ ਦੇ ਟੀਕੇ ਜਿਹੜੇ ਹੈਗੇ ਆ ਉਹ 6 ਟੀਕੇ ਲੱਗਦੇ ਆ ਜੀ। ਇੱਕ ਤਾਂ ਪਹਿਲਾ ਟੀਕਾ ਜਿਹੜਾ ਹੈਗਾ ਜਦੋਂ ਜਾਨਵਰ ਨੂੰ ਕੁੱਤੇ ਨੇ ਵੱਢਿਆ ਉਹਦੇ 24 ਘੰਟੇ ਦੇ ਅੰਦਰ ਅੰਦਰ ਹੀ, ਪਰ ਜਿੰਨੀ ਛੇਤੀ ਆਪਾਂ ਲਵਾਵਾਂਗੇ ਓਨਾ ਹੀ ਵਧੀਆ ਹੁੰਦਾ ਜੀ। ਜਿਵੇਂ ਕਹਿ ਲਓ ਕਿ ਅੱਜ ਜੇ ਆਪਾਂ ਦੁਪਹਿਰੇ 12 ਵਜੇ ਦੇ ਕਰੀਬ ਕੁੱਤੇ ਨੇ ਵੱਢ ਲਿਆ ਤਾਂ ਆਪਾਂ ਕੱਲ 12 ਵਜੇ ਤੱਕ ਉਡੀਕਣਾ ਨਹੀਂ ਹੈ ਕਿ ਆਪਾਂ ਚੱਲ ਕੱਲ 12 ਵਜੇ ਤੱਕ ਲਵਾ ਲਾਂਗੇ। ਜੀ, ਜੀ, ਜੀ। ਅੱਜ ਹੀ ਆਪਣਾ 2 ਵਜੇ 3 ਵਜੇ ਜਿੰਨੀ ਛੇਤੀ ਤੁਸੀਂ ਟੀਕਾ ਲਵਾ ਸਕਦੇ ਹੋ, ਜ਼ਖਮ ਸਾਫ਼ ਕਰਨ ਤੋਂ ਬਾਅਦ ਉਨੀ ਛੇਤੀ ਟੀਕਾ ਲਵਾਓ। ਟੀਕੇ ਦਾ ਅਸਰ ਉਨੀ ਤੁਰੰਤ ਹੋਊਗਾ ਤਾਂ ਉਨੀ ਛੇਤੀ ਜਰਾਸੀਮ ਮਰਨਗੇ। ਬਿਲਕੁਲ, ਬਿਲਕੁਲ। ਠੀਕ ਹੈ। ਤੇ ਦੂਜਾ ਟੀਕਾ ਹੁੰਦਾ ਉਹ ਤੀਜੇ ਦਿਨ ਲੱਗਦਾ। ਜੇ ਅੱਜ ਵੱਡੇ ਨੂੰ ਅੱਜ ਤੋਂ ਤੀਜੇ ਦਿਨ ਟੀਕਾ ਲੱਗੂਗਾ, ਫਿਰ ਅੱਜ ਤੋਂ 7ਵੇਂ ਦਿਨ ਲੱਗਣਾ ਤੀਜਾ ਟੀਕਾ, ਅੱਜ ਤੋਂ 15ਵੇਂ ਦਿਨ ਚੌਥਾ, ਅੱਜ ਤੋਂ 30ਵੇਂ ਦਿਨ ਜਿਹੜਾ ਹੈਗਾ 5ਵਾਂ, ਤੇ ਅੱਜ ਤੋਂ 90ਵੇਂ ਦਿਨ ਜਿਹੜਾ ਹੈਗਾ 6ਵਾਂ ਟੀਕਾ ਲੱਗੂਗਾ। ਸੋ 6 ਟੀਕੇ ਲੱਗਦੇ ਆ। 0 ਕਹਿੰਦੇ ਅਸੀਂ ਜਿੱਦਾਂ ਵੱਡੇ ਉਸੇ ਦਿਨ ਜੀ, 0 3 7 15 30 ਤੇ 90 ਇਹ ਜਿਹੜੇ ਹੈਗੇ ਆਪਣੇ ਇਹਨਾਂ ਦਿਨਾਂ ਤੇ ਆਪਾਂ ਟੀਕਾ ਲਵਾਉਣਾ ਹੈਗਾ ਜੀ। ਪਰ ਇਹਦੇ ਵਿੱਚ ਇੱਕ ਗੱਲ ਦਾ ਹੋਰ ਆਪਾਂ ਬਹੁਤ ਖਿਆਲ ਰੱਖਣਾ ਕਿ ਜਦੋਂ ਟੀਕਾ ਲੈ ਕੇ ਆਉਣਾ ਜੀ, ਇਹ ਗੱਲ ਦਾ ਖਿਆਲ ਰੱਖੋ ਕਿ ਜਿਹੜਾ ਕੈਮਿਸਟ ਹੈ, ਜਿਹੜੇ ਦੁਕਾਨਦਾਰ ਹੈਗਾ ਜਿਹਨੇ ਤੁਹਾਨੂੰ ਟੀਕਾ ਦਿੱਤਾ ਹੈਗਾ, ਉਹ ਫਰਿੱਜ ਚੋਂ ਕੱਢ ਕੇ ਦੇਵੇ ਟੀਕਾ ਜੀ। ਤੇ ਆਪਾਂ ਜਿਵੇਂ ਅੱਜ ਕੱਲ੍ਹ ਮੌਸਮ ਹੁਣ 40 42 ਡਿਗਰੀ ਤੇ ਪਹੁੰਚ ਜਾਂਦਾ ਟੈਂਪਰੇਚਰ, ਸੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਬਰਫ਼ ਦੇ ਵਿੱਚ ਰੱਖ ਕੇ ਲੈ ਕੇ ਆਉਣਾ ਟੀਕਾ, ਆਪਣੀ ਜੇਬ 'ਚ ਪਾ ਕੇ ਟੀਕਾ ਨਹੀਂ ਲੈ ਜਾਣਾ। ਠੀਕ ਹੈ। ਜੇ ਆਪਾਂ ਪਿੰਡ ਜਾ ਰਹੇ ਹਾਂ ਤੇ ਆਪਾਂ ਕਹੀਏ ਚੱਲ ਆਪਾਂ ਟੀਕਾ ਫੜ ਲਿਆ, ਜੇਬ 'ਚ ਪਾ ਲਿਆ ਤੇ ਜਾ ਕੇ ਲਵਾ ਲੈਣਾ, ਨਹੀਂ। ਉਹ ਜੇ ਟੀਕਾ ਗਰਮ ਹੋ ਗਿਆ ਇੱਕ ਵਾਰ, ਫਿਰ ਲਾਇਆ ਨਾ ਲਾਇਆ ਇੱਕੋ ਬਰਾਬਰ ਜੀ। ਸੋ ਪਹਿਲਾਂ ਆਪਾਂ ਉਹਨੂੰ ਬਰਫ਼ ਦੇ ਵਿੱਚ ਰੱਖਣਾ ਤਾਂ ਕਿ ਠੰਡਾ ਰਵੇ। ਤੇ ਜੇ ਜਾ ਕੇ ਤੁਸੀਂ ਇਹ ਸੋਚਦੇ ਹੋ ਕਿ ਹਾਂ ਵੀ ਹਲੇ ਡਾਕਟਰ ਨਹੀਂ ਆ ਸਕਦੇ, ਆਪਾਂ ਟੀਕਾ ਨਹੀਂ ਲਾ ਸਕਦੇ, ਜਾ ਕੇ ਫਰਿੱਜ ਵਿੱਚ ਰੱਖ ਦੇਣਾ ਉਹਨੂੰ ਜੀ। ਉਹਨੂੰ ਬਾਹਰ ਨਹੀਂ ਰੱਖਣਾ ਤਾਂ ਕਿ ਇਹ ਨਾ ਹੋਵੇ ਬਰਫ਼ ਖੁਰ ਜੇ ਤੇ ਉਹ ਟੀਕਾ ਫਿਰ ਗਰਮ ਹੋ ਜੇ ਜੀ। ਸੋ
ਜਾਂ ਜਿਹੜਾ ਆਪਣਾ ਟੀਕਾ ਹੈਗਾ ਬਰਫ਼ ਫਰਿੱਜ ਚੋਂ ਕੱਢ ਕੇ ਦੇਵੇ ਜਿਹੜਾ ਦੁਕਾਨਦਾਰ ਹੈਗਾ, ਤੇ ਆਪਾਂ ਠੰਡਾ ਹੀ ਰੱਖਣਾ ਤੇ ਠੰਡਾ ਹੀ ਲਾਣਾ ਉਹਨੂੰ ਟੀਕੇ ਨੂੰ ਜੀ। ਜੇ ਇੱਕ ਵਾਰ ਗਰਮ ਹੋ ਗਿਆ ਫਿਰ ਲਾਇਆ ਨਾ ਲਾਇਆ ਇੱਕੋ ਬਰਾਬਰ। ਠੀਕ ਹੈ। ਸੋ ਜੇ 6 ਟੀਕੇ ਆਪਾਂ ਲਾਣੇ 6 ਟੀਕੇ ਇਸੇ ਵਿਧੀ ਨਾਲ ਲਾਣੇ ਕਿ ਠੰਡਾ ਹੀ ਲੈ ਕੇ ਆਣਾ ਆਪਾਂ ਤੇ ਠੰਡਾ ਹੀ ਟੀਕਾ ਲਾਣਾ ਹੈਗਾ। ਹੁਣ ਡਾਕਟਰ ਸਾਹਿਬ ਜਿਹੜੀ ਕਈ ਵਾਰ ਮਸ਼ੀਨੀਕਰਨ ਦੇ ਯੁੱਗ ਦੇ ਵਿੱਚ ਹਾਂਜੀ ਸਾਡੇ ਪਸ਼ੂ ਕਿਤੇ ਟੋਕੇ ਦਾ ਕੋਈ ਬਲੇਡ ਟੁੱਟ ਗਿਆ, ਕੋਈ ਉਹਦਾ ਕਿੱਲ ਜਿਹੜਾ ਸੀਗਾ ਉਹ ਪਸ਼ੂ ਚਾਰੇ ਦੇ ਵਿੱਚ ਆ ਗਿਆ, ਇਹੋ ਜਿਹੇ ਨਾਲ ਕਈ ਵਾਰ ਅੰਦਰੂਨੀ ਜ਼ਖਮ ਹੋ ਜਾਂਦੇ ਨੇ। ਬਿਲਕੁਲ ਜੀ। ਕੀ ਇਹ ਅੰਦਰੂਨੀ ਜ਼ਖਮਾਂ ਦੇ ਵਾਸਤੇ ਵੀ ਤੁਹਾਡਾ ਵਿਭਾਗ ਜਿਹੜਾ ਉਹ ਕੋਈ ਨਾ ਕੋਈ ਯਤਨ ਕਰ ਸਕਦਾ, ਜਾਂ ਇਹੋ ਜਿਹੇ ਦੇ ਵਾਸਤੇ ਵੀ ਜਿਹੜਾ ਉਹਨਾਂ ਨੂੰ ਜਿਹੜਾ ਉਹ ਠੀਕ ਕੀਤਾ ਜਾ ਸਕਦਾ? ਬਿਲਕੁਲ ਜੀ ਬਿਲਕੁਲ, ਸਾਡੇ ਕੋਲ ਬਹੁਤ ਇਹੋ ਜਿਹੇ ਕੇਸ ਆਉਂਦੇ ਨੇ ਜੀ, ਜਿਹਦੇ ਵਿੱਚ ਕਿ ਅਸੀਂ ਆਪਣਾ ਜਿਹਨੂੰ ਕਹਿੰਦੇ ਛਾਤੀ ਦਾ ਹਰਨੀਆ ਹੋ ਜਾਂਦਾ ਇਹਦੇ ਵਿੱਚ, ਇਹੋ ਜਿਹੇ ਕੇਸਾਂ ਵਿੱਚ। ਜਾਂ ਕਈ ਵਾਰ ਅੰਦਰ ਕੀ ਹੁੰਦਾ ਢਿੱਡ ਦੇ ਵਿੱਚ ਜਿਹੜੇ ਆਪਣੇ ਹੈਗੇ ਆ ਉਹਦੇ ਵਿੱਚ ਫੋੜਾ ਹੋ ਜਾਂਦਾ ਜੀ, ਜਿਹੜਾ ਉਜਰੀ ਆਪਣੀ ਅੰਦਰ ਹੈਗੀ ਰਿਊਮਨ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਵਿੱਚ ਫੋੜਾ ਹੋ ਜਾਂਦਾ ਜੀ। ਸੋ ਇਹਨਾਂ ਕਾਰਨਾਂ ਕਰਕੇ ਜਿਹੜਾ ਹੈਗਾ ਜਿਹੜੇ ਦੁਧਾਰੂ ਪਸ਼ੂ ਨੇ ਖਾਣਾ ਪੀਣਾ ਛੱਡ ਦਿੰਦੇ ਨੇ। ਸੋ ਇਹਦਾ ਕਾਰਨ ਇਹੀ ਹੁੰਦਾ ਕਿ ਜਦੋਂ ਤਿੱਖੀ ਚੀਜ਼ ਕੋਈ ਜਾਨਵਰ ਖਾ ਲੈਂਦਾ, ਕੋਈ ਤਾਰ ਚਲੀ ਜਾਂਦੀ ਅੰਦਰ ਪੱਠੇ ਨਾਲ, ਕੋਈ ਕਿੱਲ ਅੰਦਰ ਚਲੀ ਗਈ, ਕੁਛ ਹੋ ਰਿਹਾ ਚਲਾ ਗਿਆ, ਸੋ ਉਹਦੇ ਨਾਲ ਕੀ ਹੁੰਦਾ ਜਦੋਂ ਜਾਨਵਰ ਨੇ ਆਪਣੇ ਪੱਠੇ ਖਾਧੇ, ਪੱਠੇ ਖਾਣ ਤੋਂ ਬਾਅਦ ਜਾਨਵਰ ਦੇ ਜਿਹੜੇ ਮੱਝਾਂ ਗਾਵਾਂ ਹੁੰਦੀਆਂ ਨੇ ਢਿੱਡ ਦੇ 4 ਹਿੱਸੇ ਹੁੰਦੇ ਆ। ਸੋ ਪਹਿਲੇ ਹਿੱਸੇ ਦੂਜੇ ਆ, ਦੂਜੇ ਤੀਜੇ, ਜਦੋਂ ਵੀ ਮਤਲਬ ਇੱਕ ਹਿੱਸੇ ਦੂਜੇ ਹਿੱਸੇ ਪੱਠਿਆਂ ਨੂੰ ਭੇਜਣਾ ਜਾਨਵਰ ਨੇ, ਉਹਨੇ ਸੁੰਗੜਨਾ ਤੇ ਫੈਲਣਾ। ਜਦੋਂ ਸੁੰਗੜਦਾ ਫੈਲਦਾ ਹੈਗਾ ਢਿੱਡ ਦਾ ਹਿੱਸਾ, ਤਾਂ ਕਈ ਵਾਰ ਜਿਹੜੀ ਤਿੱਖੀ ਚੀਜ਼ ਹੁੰਦੀ ਉਹਦੇ ਚੁਭ ਜਾਂਦੀ ਆ, ਤੇ ਉਹਦੇ ਚੁਭਣ ਦੇ ਨਾਲ ਕਈ ਵਾਰ ਤਾਂ ਉੱਥੇ ਫੋੜਾ ਹੋ ਜਾਂਦਾ, ਕਿਉਂਕਿ ਅੰਦਰ ਜ਼ਖਮ ਹੋ ਗਿਆ, ਅੰਦਰ ਜਰਾਸੀਮ ਹੁੰਦਾ ਹੀ ਆ ਢਿੱਡ ਦੇ ਵਿੱਚ, ਤਾਂ ਉਹਦੇ ਆਪਣੇ ਜਿਹੜਾ ਹੈਗਾ ਫੋੜਾ ਹੋ ਜਾਂਦਾ। ਜਾਂ ਕਈ ਵਾਰ ਕੀ ਹੁੰਦਾ ਉਹ ਜਿਹੜੀ ਕਿੱਲ ਆ ਤਾਰ ਹੈਗੀ ਆ ਆਰ ਪਾਰ ਹੋ ਜਾਂਦੀ ਹੈ ਜੀ। ਸੋ ਜਦੋਂ ਉਹ ਆਰ ਪਾਰ ਹੋ ਜਾਂਦੀ ਆ ਤਾਂ ਉਹ ਕਿਸੇ ਵੀ ਪਾਸੇ ਚਲੀ ਜਾਂਦੀ ਆ। ਸੋ ਕਈ ਵਾਰ ਕੀ ਹੁੰਦਾ ਜਿਹੜੀ ਆਪਣੀ ਹੈਗੀ ਆ ਛਾਤੀ ਝਿੱਲੀ ਵੱਲ ਚਲੀ ਜਾਂਦੀ ਹੈ, ਜਿਹਨੂੰ ਅਸੀਂ ਡਾਇਆਫਰਾਮ ਕਹਿੰਦੇ ਆ, ਤੇ ਜਦੋਂ ਉਧਰ ਨੂੰ ਚਲੀ ਜਾਂਦੀ ਆ ਤਾਂ ਉੱਥੇ ਜਾ ਕੇ ਉਹਨੂੰ ਪਾੜ ਦਿੰਦੀ ਆ। ਤਾਂ ਉਹਦੇ ਕਰਕੇ ਕੀ ਹੁੰਦਾ ਢਿੱਡ ਦਾ ਇੱਕ ਹਿੱਸਾ ਜਿਹੜਾ ਹੈਗਾ ਜਾਨਵਰ ਦੇ ਦਾ ਉਹ ਆਪਣੇ ਛਾਤੀ ਵਾਲੇ ਹਿੱਸੇ ਚਲਾ ਜਾਂਦਾ। ਸੋ ਇਹ ਬੜੀ ਹੀ ਮਤਲਬ ਇਹਦੀ ਖਾਸ ਇੱਕ ਤਰ੍ਹਾਂ ਦੀ ਨਿਸ਼ਾਨੀਆਂ ਹੁੰਦੀਆਂ। ਇਹ ਨਿਸ਼ਾਨੀਆਂ ਜ਼ਿਆਦਾਤਰ ਇਹ ਹੁੰਦੀਆਂ ਕਿ ਇਹ ਜ਼ਿਆਦਾਤਰ ਮੱਝਾਂ ਵਿੱਚ ਦੇਖਣ ਨੂੰ ਮਿਲਦਾ, ਗਾਵਾਂ 'ਚ ਘੱਟ ਦੇਖਣ ਨੂੰ ਮਿਲਦੀ ਬਿਮਾਰੀ। ਇਹਨੂੰ ਡਾਇਆਫਰਾਮੈਟਿਕ ਹਰਨੀਆ ਕਹਿੰਦੇ ਆ, ਕਿ ਜਿਹਦੇ ਛਾਤੀ ਦੀ ਝਿੱਲੀ ਪਾਟ ਕੇ ਢਿੱਡ ਦਾ ਹਿੱਸਾ ਅੱਗੇ ਚਲਾ ਜਾਂਦਾ ਆਪਣੇ ਛਾਤੀ ਦੇ ਵਿੱਚ। ਤੇ ਇਹ ਮੱਝਾਂ ਵਿੱਚ ਜ਼ਿਆਦਾ ਹੁੰਦੀ ਹੈ, ਗਾਵਾਂ 'ਚ ਬਹੁਤ ਘੱਟ ਦੇਖਣ ਨੂੰ ਮਿਲਦੀ ਆ। ਤੇ ਮੱਝਾਂ ਦੇ ਵਿੱਚ ਵੀ ਉਹ ਮੱਝਾਂ ਜ਼ਿਆਦਾ ਦਿਖਦੀ ਆ ਜਿਹੜੀਆਂ ਕਿ ਤਾਜ਼ੀ ਸੂਈਆਂ ਹੋਣ ਜਾਂ ਜਿਹੜੀਆਂ ਸੂਣ ਵਾਲੀਆਂ ਹੋਣ, ਮਤਲਬ ਮਹੀਨਾ ਡੇਢ ਮਹੀਨਾ ਸੂਣ ਨੂੰ ਰਹਿੰਦਾ ਹੋਵੇ ਜਿਨ੍ਹਾਂ ਦੇ ਵਿੱਚ, ਜਾਂ ਮਹੀਨਾ ਡੇਢ ਮਹੀਨਾ ਸੂਇਆਂ ਨੂੰ ਹੋਇਆ ਹੋਵੇ ਜੀ। ਸੋ ਇਹਦੇ ਨਿਸ਼ਾਨੀਆਂ ਵੀ ਬੜੀਆਂ ਖਾਸ ਜਿਹੀਆਂ ਹੁੰਦੀਆਂ ਨੇ ਕਿ ਜਾਨਵਰ ਨੂੰ ਅਫਾਰਾ ਹੋਣ ਲੱਗ ਪੈਂਦਾ, ਤੇ ਅਫਾਰਾ ਆਪੇ ਹੋ ਜਾਂਦਾ ਤੇ ਆਪੇ ਠੀਕ ਹੋ ਜਾਂਦਾ। 2-3 ਘੰਟੇ ਅਫਾਰਾ ਰਹਿੰਦਾ, ਫਿਰ 2-3 ਘੰਟਿਆਂ ਬਾਅਦ ਉਹ ਠੀਕ ਹੋ ਜਾਂਦਾ, ਫਿਰ 2-3 ਘੰਟੇ ਠੀਕ ਰਹਿਣ ਤੋਂ ਫਿਰ ਅਫਾਰਾ ਹੋ ਜਾਂਦਾ, ਫਿਰ ਠੀਕ ਹੋ ਜਾਂਦਾ। ਇੱਦਾਂ ਦੀ ਜਿਹੜੀ ਝੜੀ ਲੱਗੀ ਰਹਿੰਦੀ ਹੈ। ਦੂਜੀ ਇਹ ਹੁੰਦੀ ਹੈ ਜਾਨਵਰ ਜੇ ਸੂਇਆ ਹੁੰਦਾ ਤਾਂ ਇੱਕ ਅੱਧੇ ਦਿਨ ਦੇ ਅੰਦਰ ਹੀ ਆਪਣਾ ਜਿਹੜਾ ਹੈਗਾ ਦੁੱਧ ਸੁਕਾ ਜਾਂਦਾ। ਤੇ ਜੇ ਜਿਹੜਾ ਜਾਨਵਰ ਮਤਲਬ ਇਹ ਜਦੋਂ ਹੁੰਦਾ ਜਾਨਵਰ ਖਾਣਾ ਪੀਣਾ ਆਪਣਾ ਬੰਦ ਕਰ ਦਿੰਦਾ, ਤੇ ਜਿਹੜੇ 2-3 ਦਿਨ ਪਹਿਲਾਂ ਪੱਠੇ ਕਰਦਾ ਕਾਲੇ ਰੰਗ ਦੇ ਕਰਦਾ, ਤੇ ਹੌਲੀ ਹੌਲੀ ਪੱਠੇ ਹੀ ਬੰਦ ਹੋ ਜਾਂਦੇ, ਕਿਉਂਕਿ ਜਾਨਵਰ ਨੇ ਖਾਣਾ ਬੰਦ ਕੀਤਾ ਹੁੰਦਾ, ਇਸ ਕਰਕੇ ਪੱਠੇ ਵੀ ਬੰਦ ਹੋ ਜਾਂਦੇ ਆ ਜੀ। ਸੋ ਇਹਦਾ ਇਲਾਜ ਅਸੀਂ 2 ਆਪਰੇਸ਼ਨਾਂ ਰਾਹੀਂ ਕਰਦੇ ਹਾਂ। ਪਹਿਲੇ ਆਪਰੇਸ਼ਨ ਰਾਹੀਂ ਤਾਂ ਅਸੀਂ ਕੀ ਕਰਦੇ ਹਾਂ ਕਿ ਜਿਹੜੀ ਜਾਨਵਰ ਦਾ ਰਿਊਮਨ ਹੁੰਦਾ, ਉਜਰੀ ਹੁੰਦੀ ਆ, ਢਿੱਡ ਹੁੰਦਾ ਜਿਹੜਾ ਜਾਨਵਰ ਦਾ, ਉਹਨੂੰ ਖੱਬੇ ਕੁੱਖ ਦੇ ਵਿੱਚੋਂ ਅਸੀਂ ਖੜੇ ਜਾਨਵਰ ਦੇ ਵਿੱਚ ਸੁੰਨ ਕਰਕੇ ਉਜਰੀ ਨੂੰ ਬਾਹਰ ਕੱਢਦੇ ਹਾਂ, ਤੇ ਬਾਹਰ ਕੱਢ ਕੇ ਅਸੀਂ ਉਹਦੇ ਵਿੱਚ ਜਿਹੜਾ ਹੈਗਾ ਆਪਣਾ ਸਾਰੇ ਜਿਹੜੇ ਉਹਦੇ ਪੱਠੇ ਹੁੰਦੇ ਆ ਉਹਨੂੰ ਬਿਲਕੁਲ ਖਾਲੀ ਕਰਦੇ ਹਾਂ। ਕਹਿ ਲਓ ਕਿ ਇੱਕ ਤਰ੍ਹਾਂ ਦਾ ਅੰਦਰ ਪੋਚਾ ਲਾ ਦਿੰਦੇ ਹਾਂ ਜੀ। ਉਹ ਪੋਚਾ ਇਸ ਲਈ ਜ਼ਰੂਰੀ ਹੁੰਦਾ ਕਿ ਅਗਲੇ ਦਿਨ ਇੱਕ ਵੱਡਾ ਆਪਰੇਸ਼ਨ ਕਰਨਾ ਹੁੰਦਾ, ਉਹਦੇ ਲਈ ਜਿਹੜਾ ਹੈਗਾ ਸਾਨੂੰ ਆਪਣਾ ਪੂਰਾ ਉਹ ਕਰਨਾ ਪੈਂਦਾ ਕਿ ਜਾਨਵਰ ਜਿਹੜਾ ਖਾਲੀ ਪੇਟ ਹੋਵੇ, ਕਿਉਂਕਿ ਜਾਨਵਰ ਬੇਹੋਸ਼ ਕਰਨਾ ਪੈਂਦਾ। ਸੋ ਅਗਲੇ ਦਿਨ ਫਿਰ ਅਸੀਂ ਜਿਹੜਾ ਹੈਗਾ ਦੂਜਾ ਆਪਰੇਸ਼ਨ ਕਰਦੇ ਹਾਂ, ਉਹਦੇ ਵਿੱਚ ਅਸੀਂ ਜਾਨਵਰ ਨੂੰ ਪੂਰਾ ਬੇਹੋਸ਼ ਕਰਕੇ ਜਾਨਵਰ ਨੂੰ ਪੁੱਠਾ ਪਾ ਕੇ ਉਹਦੇ ਥੱਲੜੇ ਪਾਸੇ ਚੀਰਾ ਦਿੰਦੇ ਹਾਂ। ਚੀਰਾ ਦੇਣ ਤੋਂ ਬਾਅਦ ਜਿਹੜਾ ਢਿੱਡ ਦਾ ਹਿੱਸਾ ਅੱਗੇ ਗਿਆ ਹੁੰਦਾ ਉਹਨੂੰ ਅਸੀਂ ਵਾਪਸ ਖਿੱਚਦੇ ਹਾਂ। ਹੁਣ ਜਦੋਂ ਵਾਪਸ ਖਿੱਚਦੇ ਹਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਜਾਨਵਰ ਆਪਣਾ ਜਾਨਵਰ ਦੀ ਵੀ ਕਹਿ ਲਓ ਪ੍ਰਣਾਲੀ ਜਾਂ ਆਪਣੇ ਬੰਦੇ ਦੀ ਪ੍ਰਣਾਲੀ ਇੱਕ ਹੁੰਦੀ ਹੈ, ਜਿਹੜੀ ਆਪਣੀ ਛਾਤੀ ਹੁੰਦੀ ਆ, ਇਹਦੇ ਵਿੱਚ ਆਪਣਾ ਬਾਹਰ ਜਿਹੜੀ ਹਵਾ ਦਾ ਪ੍ਰੈਸ਼ਰ ਹੁੰਦਾ, ਹਵਾ ਦਾ ਆਪਣੇ ਇਸ ਵੇਲੇ ਜਿਹੜੇ ਕਮਰੇ ਦੇ ਵਿੱਚ ਪ੍ਰੈਸ਼ਰ ਹੈਗਾ ਜਾਂ ਆਪਣਾ ਤਾਪਮਾਨ ਜਿਹੜਾ ਹੈਗਾ, ਇਹ ਜਿਹੜਾ ਜਿੰਨਾ ਹੀ ਪ੍ਰੈਸ਼ਰ ਹੁੰਦਾ ਇਹਦੇ ਵਿੱਚ ਇਹ ਤੋਂ ਘੱਟ ਪ੍ਰੈਸ਼ਰ ਹੁੰਦਾ ਆਪਣੀ ਛਾਤੀ ਵਿੱਚ। ਤਾਂ ਹੀ ਜਦੋਂ ਆਪਾਂ ਸਾਹ ਲੈਂਦੇ ਹਾਂ ਤਾਂ ਆਪਣੇ ਫੇਫੜੇ ਫੁੱਲਦੇ ਨੇ, ਤੇ ਜਦੋਂ ਆਪਾਂ ਸਾਹ ਛੱਡਦੇ ਹਾਂ ਫੇਫੜੇ ਸੁੰਗੜ ਜਾਂਦੇ ਨੇ। ਤੇ ਜਦੋਂ ਅਸੀਂ ਇਹਨੂੰ ਖਿੱਚ ਦਿੰਦੇ ਹਾਂ ਤਾਂ ਉਹ ਜਿਹੜੀ ਹਵਾ ਆਪਣੀ ਹੈਗੀ ਆ ਆਪਣੇ ਆਲੇ ਦੁਆਲੇ ਦੇ ਅੰਦਰ ਚਲੀ ਜਾਂਦੀ ਹੈ ਉਹਦੇ, ਤੇ ਉਹਦੇ ਕਰਕੇ ਜਿਹੜਾ ਹੈਗਾ ਜਾਨਵਰ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਤੇ ਜਾਨਵਰ ਮਰ ਵੀ ਸਕਦਾ। ਸੋ ਇਸ ਦੇ ਵਿੱਚ ਅਸੀਂ ਸਾਡੇ ਕੋਲ ਜਿਹੜੀਆਂ ਖਾਸ ਮਸ਼ੀਨਾਂ ਹੈਗੀਆਂ ਬਾਹਰੋਂ ਅਸੀਂ ਇੰਪੋਰਟ ਕੀਤੀਆਂ ਹੋਈਆਂ ਨੇ, ਜਿਹਦੇ ਵਿੱਚ ਵੈਂਟੀਲੇਟਰ ਨਾਲ ਹੁੰਦਾ। ਸੋ ਅਸੀਂ ਉਹਦੇ ਵਿੱਚ ਫਿਰ ਅਸੀਂ ਆਕਸੀਜਨ ਧੱਕਦੇ ਹਾਂ ਜਾਨਵਰ ਦੇ ਅੰਦਰ ਜੀ, ਜਿਹਦੇ ਨਾਲ ਕਿ ਜਾਨਵਰ ਲਗਾਤਾਰ ਸਾਹ ਲੈਂਦਾ ਰਹਿੰਦਾ, ਤੇ ਉਸ ਦੌਰਾਨ ਅਸੀਂ ਜਿਹੜਾ ਹੈਗਾ ਜਿਹੜੀ ਛਾਤੀ ਝਿੱਲੀ ਪਾਟੀ ਹੁੰਦੀ ਆ
ਉਹ ਪਹਿਲਾਂ ਢਿੱਡ ਨੂੰ ਵਾਪਸ ਖਿੱਚ ਕੇ ਤੇ ਉਹ ਛਾਤੀ ਝੱਲੀ ਸੀ ਦਿੰਦੇ ਆ ਤੇ ਉਹਦੇ ਅੰਦਰ ਫਿਰ ਅਸੀਂ ਦੁਬਾਰਾ ਜਿਹੜਾ ਹੈਗਾ ਨੈਗੇਟਿਵ ਪ੍ਰੈਸ਼ਰ ਬਣਾ ਦਿੰਦੇ ਛਾਤੀ ਵਿੱਚ ਤਾਂ ਕਿ ਜਾਨਵਰ ਆਪਣਾ ਸਾਹ ਲੈ ਸਕੇ। ਡਾਕਟਰ ਨਵਦੀਪ ਸਿੰਘ ਜੀ, ਤੁਸੀਂ ਬੜੇ ਵਿਸਥਾਰ 'ਚ ਜਾਣਕਾਰੀ ਦਿੱਤੀ ਕਿ ਅਸੀਂ ਪਸ਼ੂਆਂ ਨੂੰ ਸੱਟ ਲੱਗ ਜੇ, ਜ਼ਖਮ ਹੋ ਜੇ ਤਾਂ ਕਿਸ ਤਰੀਕੇ ਨਾਲ ਸਰਜਰੀ ਵਿਧੀਆਂ ਰਾਹੀਂ ਜਿਹੜਾ ਉਹਦਾ ਇਲਾਜ ਕਰਵਾਇਆ ਜਾ ਸਕਦਾ। ਅਸੀਂ ਵੀ ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਜਿਹੜੇ ਆ ਯੂਨੀਵਰਸਿਟੀ ਦੀਆਂ ਸੇਵਾਵਾਂ, ਇਹਨੇ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਜਿਹੜੀਆਂ ਜ਼ਰੂਰ ਲੈਣ ਜਦੋਂ ਕਿਤੇ ਇਹੋ ਜਿਹੀ ਕੋਈ ਸਮੱਸਿਆ ਪਰੇਸ਼ਾਨੀ ਆਉਂਦੀ ਆ ਤੇ ਆਪਣੇ ਪਸ਼ੂਆਂ ਨੂੰ ਜਿਹੜਾ ਬਿल्कुल तंदुरुस्त 9x9 ਰੱਖ ਸਕਣ। बहुत शुक्रिया डॉक्टर नवदीप सिंह जी। मधु क्रांति, एक नए युग का आगाज। मधु क्रांति विकास के नए रास्ते खोल रही है, मधुमक्खी पालकों के जीवन स्तर को बेहतर बना रही है, साथ ही पूरी दुनिया में शहद के क्षेत्र में भारत को एक नई पहचान दिला रही है। भारत सरकार मधुमक्खी पालकों की आय को बढ़ाने और उन्हें आत्मनिर्भर बनाने के उद्देश्य से देश में मधुमक्खी पालन के संवर्धन और विकास के लिए सभी आवश्यक सहायता प्रदान कर रही है। माननीय प्रधानमंत्री के दूरदर्शी नेतृत्व में कृषि सहित मधुमक्खी पालन को बढ़ावा देने के लिए अनेक कदम उठाए गए हैं। किसान तरक्की की राह पर आगे बढ़ रहे हैं। अगर कोई सक्सेस स्टोरी मीठी मुस्कान भी बिखेरे और स्वाद में भी मिठास भरे, तब तो आप इसे जरूर सोने पर सुहागा कहेंगे। हमारे किसान इन दिनों शहद के उत्पादन में ऐसा ही कमाल कर रहे हैं। शहद की मिठास हमारे किसानों का जीवन भी बदल रही है, उनकी आय भी बढ़ा रही है। मधुमक्खियां न सिर्फ शहद देती हैं, बल्कि पर्यावरण और कृषि के लिए भी आवश्यक हैं। यूं तो भारत में लंबे समय से लोग मधुमक्खी पालन का काम पारंपरिक तरीकों से करते आ रहे हैं, लेकिन आज के समय में इस क्षेत्र में अपार संभावनाएं भी हैं और जरूरत भी है। मधुमक्खियों की इसी जरूरत और योगदान का जश्न मनाने और इसे और बारीकी से समझने के लिए ही मनाया जाता है विश्व मधुमक्खी दिवस। इसी आवश्यकता को समझते हुए 2020 में राष्ट्रीय मधुमक्खी पालन और शहद मिशन की शुरुआत हुई। उद्देश्य स्पष्ट था, मधुमक्खी पालन के कार्य को वैज्ञानिक और तकनीकी रूप से विकसित करना और ज्यादा से ज्यादा लोगों को इसके लिए प्रोत्साहित करके मधु क्रांति के सपने को साकार करना। मधुमक्खी पालन से मिलने वाले उत्पाद जैसे शहद, बी वैक्स, रॉयल जेली और पॉलन आदि कई क्षेत्रों में प्रयोग किए जाते हैं। माननीय प्रधानमंत्री जी के प्रोत्साहन से और कृषि मंत्री जी के मार्गदर्शन से आज राष्ट्रीय मधुमक्खी पालन और शहद मिशन सफलता का पर्याय बन चुका है। न केवल ये देश के किसानों के लिए आय बढ़ाने का एक साधन बना है, बल्कि तमाम लोगों के जीवन को बेहतर बनाने के साथ साथ देश के आर्थिक विकास में भी योगदान दे रहा है। 2013-14 से 2021-22 तक शहद का उत्पादन 76,000 मीट्रिक टन से बढ़कर 2021-22 में 1,33,000 मीट्रिक टन से अधिक हुआ। शहद का निर्यात 28,000 मीट्रिक टन से बढ़कर 74,000 मीट्रिक टन से अधिक हुआ। 3 विश्व स्तरीय अत्याधुनिक टेस्टिंग लैब और 31 मिनी शहद टेस्टिंग लैब स्थापित हुई। राष्ट्रीय मधुमक्खी पालन और शहद मिशन की कामयाबी सिर्फ आंकड़े ही बयान नहीं कर रहे, कहानियां खुद इसकी सफलता की बानगी पेश कर रही हैं। मैंने 1990 में मधुमक्खी पालन शुरू किया, 2 बॉक्स से शुरू किया और आज हमारे पास लगभग 4,200 बी बॉक्सेस हैं। लगभग 17 तरह के हनी हम लोग प्रोड्यूस करते हैं जो डिफरेंट एरियाज़ में बी को माइग्रेट करके प्राप्त होते हैं। इसके अलावा जितने बी बॉक्सेस मैन्युफैक्चरिंग यूनिट है हमारे पास, वैक्सीट मैन्युफैक्चरिंग यूनिट है, 20 मीट्रिक टन पर डे का हनी प्रोसेसिंग प्लांट है। आज हमारा जो उत्पादन है वो 1 लाख केजी लगभग एनुअली हम लोग प्रोड्यूस करते हैं। यमुनानगर के सुभाष काम्बोज मधुमक्खी पालन के अपने काम के चलते आज देश भर में जाने जा रहे हैं। सुभाष जी ने वैज्ञानिक तरीके से मधुमक्खी पालन का प्रशिक्षण लिया। इसके बाद उन्होंने केवल 6 बॉक्स के साथ अपना काम शुरू किया था। मैंने सिर्फ अपने पोलिनेशन के लिए और शहद खाने के पर्पज से ये बॉक्स रखे थे। जब मैंने देखा कि मधुमक्खियां भी बढ़ रही हैं और हमें शहद भी मिल रहा है, तो मैंने फिर प्रोफेशनल तौर पे इसी काम को ही करने की सोची और आज की तारीख में मैं लगभग 1500 बॉक्स पे मधुमक्खी पालन कर रहा हूँ। ज्यादा से ज्यादा लोग इस मिशन का हिस्सा बन रहे हैं। इतना ही नहीं, ये मिशन नारी शक्ति को और अधिक सशक्त बनाने में भी बड़ा योगदान दे रहा है।
अभी तक महिलाओं के 164 स्वयं सहायता समूहों को इससे जोड़ा जा चुका है। इसी तरह मधु क्रांति पोर्टल पर अभी तक लगभग 13,000 से अधिक मधुमक्खी पालक और 21 लाख मधुमक्खियों की कॉलोनीज रजिस्टर हो चुकी हैं। आज भारत प्राकृतिक शहद का छठा सबसे बड़ा निर्यातक है। भारत मधुमक्खी पालन और शहद उत्पादन के क्षेत्र में सारी दुनिया के लिए एक मिसाल के तौर पर उभर कर सामने आ रहा है। मधु क्रांति आए और रोजगार के अवसर बढ़ाए।